हेलो डियर स्टूडेंट्स, मैं सुरिंदर कुमार ਅੱਜ ਤੁਹਾਨੂੰ ਚੱਕਰ ਅਤੇ ਚੱਕਰ ਦੇ ਭਾਗਾਂ ਬਾਰੇ ਜਾਣਕਾਰੀ ਦੇਣ ਲੱਗਾ ਹਾਂ। ਉਹਦੇ ਲਈ ਸਭ ਤੋਂ ਪਹਿਲਾਂ ਇਸ ਮਾਡਲ ਦੇ ਵਿੱਚ ਦੇਖੋ, ਇਹ ਇੱਕ ਬਾਉਂਡਰੀ ਤੁਹਾਨੂੰ ਨਜ਼ਰ ਆ ਰਹੀ ਹੈ ਜਿਸ ਨੂੰ ਅਸੀਂ ਚੱਕਰ ਦਾ ਘੇਰਾ ਕਹਿੰਦੇ ਹਾਂ। ਮਤਲਬ ਇਹ ਹੈ ਚੱਕਰ ਦੇ ਬਾਹਰ ਵਾਲਾ ਜਿਹੜਾ ਬਾਹਰੋਂ ਬਾਹਰ ਏਰੀਆ ਹੈ ਉਸ ਨੂੰ ਅਸੀਂ ਚੱਕਰ ਦਾ ਪਰਿਮਾਪ ਕਹਿੰਦੇ ਹਾਂ। ਉਸ ਤੋਂ ਬਾਅਦ ਜਦੋਂ ਚੱਕਰ ਦੇ ਅੰਦਰਲੇ ਖੇਤਰ ਦੀ ਗੱਲ ਕਰੀਏ ਤਾਂ ਜਿੱਥੇ ਅਸੀਂ ਪ੍ਰਕਾਰ ਰੱਖ ਕੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਚੱਕਰਾਕਾਰ, ਉਸ ਬਿੰਦੂ ਨੂੰ ਅਸੀਂ ਕੀ ਕਹਿੰਦੇ ਹਾਂ? ਚੱਕਰ ਦਾ ਕੇਂਦਰ। ਹੁਣ ਤੁਹਾਨੂੰ ਦੱਸਾਂਗਾ ਕਿ ਚੱਕਰ ਦੇ ਕੇਂਦਰ ਤੋਂ ਬਾਅਦ ਇਸ ਦੇ ਹੋਰ ਕਿਹੜੇ ਭਾਗ ਨੇ। ਜਿਵੇਂ ਤੁਸੀਂ ਰੇਡੀਅਸ, ਜਿਸ ਨੂੰ ਹਿੰਦੀ ਵਿੱਚ ਤ੍ਰਿਜਿਆ ਅਤੇ ਪੰਜਾਬੀ ਵਿੱਚ ਚੱਕਰ ਦਾ ਅਰਧ ਵਿਆਸ ਕਹਿੰਦੇ ਹਨ, ਉਹ ਕਿਵੇਂ ਦੱਸ ਸਕਦੇ ਹੋ? ਇਹ ਮੈਂ ਜਿਹੜਾ ਚੱਕਰ ਦਾ ਕੇਂਦਰ ਹੈ ਉਸ ਦੇ ਨਾਲ ਸੈੱਟ ਕਰਕੇ ਇੱਕ ਪਾਰਟ ਰੱਖਿਆ ਹੈ। ਜਿਹੜੀ ਇਹ ਰੇਖਾ ਇਸ ਬਿੰਦੂ ਤੋਂ ਚੱਕਰ ਦੇ ਘੇਰੇ ਨਾਲ ਟੱਚ ਕਰ ਰਹੀ ਹੈ, ਇਸ ਨੂੰ ਚੱਕਰ ਦਾ ਅਰਧ ਵਿਆਸ ਕਹਿੰਦੇ ਹਨ, ਜਿਸ ਨੂੰ ਅੰਗਰੇਜ਼ੀ ਦੇ ਅੱਖਰ ਆਰ ਨਾਲ ਦੱਸਿਆ ਜਾਂਦਾ ਹੈ। ਬੱਚਿਓ, ਜਿਵੇਂ ਕਿ ਇਹ ਇੱਕ ਅਰਧ ਵਿਆਸ ਹੈ, ਇਸੇ ਤਰ੍ਹਾਂ ਇੱਥੋਂ ਦੀ ਵੀ ਇਸ ਬਿੰਦੂ ਤੋਂ ਇੱਕ ਰੇਖਾ ਤੁਹਾਨੂੰ ਦਿਖਾਈ ਦੇ ਰਹੀ ਹੈ ਜਿਹੜੀ ਬਾਉਂਡਰੀ ਦੇ ਨਾਲ ਟੱਚ ਕਰ ਰਹੀ ਹੈ, ਉਹ ਵੀ ਚੱਕਰ ਦਾ ਅਰਧ ਵਿਆਸ ਹੈ। ਇਸੇ ਤਰ੍ਹਾਂ ਅਸੀਂ ਇੱਕ ਹੋਰ ਪਾਰਟ ਜਿਹੜਾ ਹੈ ਉਸੇ ਤਰ੍ਹਾਂ ਦਾ ਖਿੱਚ ਕੇ ਇੱਥੇ ਫਿੱਟ ਕਰ ਦਈਏ ਤਾਂ ਇਹ ਵੀ ਚੱਕਰ ਦਾ ਅਰਧ ਵਿਆਸ ਹੈ, ਕਿਉਂਕਿ ਇਹ ਵੀ ਕੇਂਦਰ ਬਿੰਦੂ ਤੋਂ ਚੱਕਰ ਦੇ ਘੇਰੇ ਤੱਕ ਦੀ ਦੂਰੀ ਹੈ। ਇੰਗਲਿਸ਼ ਵਿੱਚ ਕਹੀਏ ਕਿ ਵਾਟ ਇਜ਼ ਰੇਡੀਅਸ? Radius means the point from the center. Another point is on the boundary. The distance between center and point lie on boundary. That is called radius. Now you can see, ਜੇ ਅਸੀਂ ਚੱਕਰ ਦੇ ਅਰਧ ਵਿਆਸ ਨੂੰ ਥੋੜਾ ਹੋਰ ਅੱਗੇ ਤੱਕ ਵਧਾ ਦਈਏ, ਇਹ ਚੱਕਰ ਦੇ ਦੋ ਬਰਾਬਰ ਹਿੱਸੇ ਕਰ ਰਿਹਾ ਹੈ। ਜੇ ਇਸ ਨੂੰ ਮੈਂ ਇਸ ਤਰੀਕੇ ਨਾਲ ਜੋੜ ਦਿਆਂ तो ਤੁਹਾਨੂੰ ਇੱਕ ਸਿੱਧੀ ਰੇਖਾ ਦਿਖਾਈ ਦੇ ਰਹੀ ਹੈ। ਦਿਸ ਇਜ਼ ਕਾਲਡ diameter. Now what is diameter? Diameter means a line segment whose both the end point lies on boundary and it also passes through the center of circle. This is the center of circle. Any line which passes through the center of circle is called diameter. After that, other parts of circle are chords. Now what is chord? Chord is also a line, that a line segment, that it is that line segment whose end point lie on boundary of the circle, that is called chord. And if we see the boundary, this is called arc. Now arcs are also of two types. If we are taking arc from this to this point, and what about the remaining part? That will be a major arc. This will be minor arc. ਪੰਜਾਬੀ ਵਿੱਚ ਇਸ ਨੂੰ ਚਾਪ ਕਹਿ ਦਿੰਦੇ ਹਨ। ਤੇ ਜਿਹੜਾ ਮੈਂ ਕੌਰਡ ਦੱਸਿਆ ਹੈ that is called ਬੱਤਰ। ਪੰਜਾਬੀ ਦੇ ਵਿੱਚ ਇਸ ਨੂੰ ਬੱਤਰ ਕਹਿੰਦੇ ਹਨ, ਜੀਵਾ ਹਿੰਦੀ ਵਿੱਚ ਕਹਿ ਦਿੰਦੇ ਹਨ ਤੇ ਇੰਗਲਿਸ਼ ਦੇ ਵਿੱਚ ਇਸ ਨੂੰ ਕੌਰਡ ਕਹਿੰਦੇ ਹਨ। ਇਸ ਤੋਂ ਬਾਅਦ ਇਸੇ ਹੀ ਚਾਪ ਦੇ, ਜਦੋਂ ਇਹੀ ਚਾਪ ਮੈਂ ਦੁਬਾਰਾ ਲਵਾਂ ਇਸ ਦੇ ਕੇਂਦਰ ਬਿੰਦੂ ਸੈਂਟਰ ਪੁਆਇੰਟ ਦੇ ਨਾਲ, ਤੇ ਆਪਾਂ 9th ਕਲਾਸ ਦੇ ਵਿੱਚ ਜਿਹੜੀ ਪ੍ਰੋਪਰਟੀ ਪ੍ਰੂਵ ਕਰਦੇ ਹਾਂ ਕਿ ਇੱਕ ਕੌਰਡ ਤੇ ਇੱਕ ਪੁਆਇੰਟ ਫਰੋਮ ਸੈਂਟਰ ਟੂ ਦਾ ਕੌਰਡ, what happened whenever a line segment drawn from center to chord, line segment from center to chord, that will bisect the chord. This property also can be proved with the help of this activity. ਕਿਉਂਕਿ ਇਸ ਦੇ ਵਿੱਚ ਇਹ ਇਸ ਦੀ ਚੱਕਰ ਦੀ ਸਰਕਲ ਦੀ ਆਰਕ ਹੈ, ਤੇ ਆਰਕ ਦੇ ਦੋਨੋਂ ਪੁਆਇੰਟ ਨੂੰ ਜਦੋਂ ਆਪਾਂ ਜੋੜਾਂਗੇ ਵੀ ਗੈਟ ਏ chord, ਜਿਸ ਨੂੰ ਬੱਤਰ ਜਾਂ ਪੰਜਾਬੀ ਦੇ ਵਿੱਚ ਬੱਤਰ ਤੇ ਹਿੰਦੀ ਵਿੱਚ ਜੀਵਾ
ਤੇ ਇੰਗਲਿਸ਼ ਵਿੱਚ ਕੌਰਡ। ਤੇ ਇਹ ਵਾਲਾ ਜਿਹੜਾ ਪੁਆਇੰਟ ਹੈ ਇਹ ਚੱਕਰ ਦਾ ਕੇਂਦਰ ਹੈ। ਕੇਂਦਰ ਤੋਂ ਜਦੋਂ ਲੰਬ ਇਸ ਬੱਤਰ ਤੇ ਆਏਗਾ, ਇਸ ਬੱਤਰ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡੇਗਾ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਲਾਈਨ ਥਰੂ ਦਾ ਮਿਡ ਪੁਆਇੰਟ ਆਲਵੇਜ਼ ਮੇਕ ਰਾਈਟ ਐਂਗਲ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਪਰਪੈਂਡੀਕੂਲਰ ਡਰਾਨ ਫਰੋਮ ਸੈਂਟਰ ਟੂ ਕੌਰਡ ਬਾਈਸੈਕਟਸ ਅ ਕੌਰਡ। ਇਹ ਦੋ ਪ੍ਰੋਪਰਟੀਜ਼ ਨੇ ਜਿਹੜੀਆਂ 9th ਕਲਾਸ ਦੇ ਵਿੱਚ ਬਹੁਤ ਮਹੱਤਵਪੂਰਨ ਹਨ। ਇਸੇ ਤਰ੍ਹਾਂ ਇਸ ਦੀਆਂ ਹੋਰ ਪ੍ਰੋਪਰਟੀਜ਼ ਵੀ ਹੈ ਨੇ ਜਿਹੜੀਆਂ ਚੱਕਰ ਦੀਆਂ ਅਸੀਂ ਪ੍ਰੂਵ ਕਰ ਸਕਦੇ ਹਾਂ। 9th ਕਲਾਸ ਦੇ ਵਿੱਚ ਹੈ ਕਿ ਐਂਗਲ ਇਨ ਸੈਮੀ ਸਰਕਲ, ਐਂਗਲ ਇਨ ਸੈਮੀ ਸਰਕਲ। ਅਬ ਹੁਣ ਤੁਸੀਂ ਇਹ ਦੇਖੋ ਕਿ ਮੈਂ ਦੁਆਰਾ ਇੱਕ ਡਾਇਆਮੀਟਰ ਲਿਆ ਹੈ ਜਿਹੜਾ ਕਿ ਕੇਂਦਰ ਤੋਂ ਪਾਸ ਕਰ ਰਿਹਾ ਹੈ। ਜਦੋਂ ਇਹ ਡਾਇਆਮੀਟਰ ਮੈਂ ਇੱਥੇ ਰੱਖਿਆ ਤੇ ਚੱਕਰ ਦੇ ਦੋ ਬਰਾਬਰ ਹਿੱਸੇ ਹੋ ਗਏ। ਦੋਨੋਂ ਬਰਾਬਰ ਹਿੱਸਿਆਂ ਦੇ ਵਿੱਚ ਜਦੋਂ ਮੈਂ ਕੋਈ ਪੁਆਇੰਟ ਚੱਕਰ ਦੇ ਘੇਰੇ ਤੇ ਲਵਾਂਗਾ ਤਾਂ ਉਸ ਬਿੰਦੂ ਨੂੰ ਜਦੋਂ ਚੱਕਰ ਦੇ ਦੋਨੋਂ ਵਿਆਸ ਦੇ ਨਾਲ ਜੋੜਾਂਗਾ ਤਾਂ ਉਹ ਬਣੇਗਾ ਐਂਗਲ ਇਨ ਸੈਮੀ ਸਰਕਲ। ਤੇ ਐਂਗਲ ਇਨ ਸੈਮੀ ਸਰਕਲ ਹਮੇਸ਼ਾ ਰਾਈਟ ਐਂਗਲ ਹੁੰਦਾ ਹੈ। ਉਹ ਅਸੀਂ ਚਾਹੇ ਇੱਧਰ ਬਣਾ ਕੇ ਦੇਖ ਲਈਏ ਜਾਂ ਫਿਰ ਇਸ ਨੂੰ ਚੱਕਰ ਦੇ ਕਿਸੇ ਵੀ ਪਾਸੇ ਤੇ ਜਾ ਕੇ ਦੇਖ ਲਈਏ, ਇੱਕ ਪਾਸੇ ਕੇਂਦਰ ਦੇ ਨਾਲ ਵਿਆਸ ਤੇ ਇਹ ਹਮੇਸ਼ਾ ਰਾਈਟ ਐਂਗਲ ਬਣਾਏਗਾ। ਮੀਨਸ ਇਸ ਨੂੰ ਬਾਹਰ ਕੱਢ ਕੇ ਦੇਖੀਏ ਤੇ ਇਹ ਇੱਕ ਰਾਈਟ ਐਂਗਲ ਟਰਾਇੰਗਲ ਹੈ। ਤੇ ਨੀਚੇ ਵਾਲਾ ਜਿਹੜਾ ਇਹਦਾ ਹਿੱਸਾ ਹੈ ਉਹ ਵਿਆਸ ਦਾ ਕੰਮ ਕਰ ਰਿਹਾ ਹੈ। ਬਾਕੀ ਜਿਹੜਾ ਇਹ ਵਾਲਾ ਵਰਟੈਕਸ ਹੈ ਇਹ ਚੱਕਰ ਦੀ ਬਾਉਂਡਰੀ ਦੇ ਲਾਈ ਕਰੇਗਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਐਂਗਲ ਇਨ ਸੈਮੀ ਸਰਕਲ ਇਜ਼ ਰਾਈਟ ਐਂਗਲ। ਵਾਈ ਇਟ ਇਜ਼ ਰਾਈਟ ਐਂਗਲ? ਬਿਕੋਜ਼ diameter makes a linear angle at the center. So we know that one more property is there. The angle at the center is twice the angle in remaining part of circle. This can be proved by this activity कि ਚੱਕਰ ਦੇ ਕੇਂਦਰ ਦੇ ਬਣਿਆ ਕੋਣ ਉਸ ਦੇ ਚੱਕਰ ਦੇ ਘੇਰੇ ਦੇ ਪਿਛਲੇ ਪਾਸੇ ਬਣਿਆ ਕੋਣ, ਮਤਲਬ ਜਦੋਂ ਅਸੀਂ ਚੱਕਰ ਦਾ ਇੱਕ ਕੇਂਦਰ ਲਵਾਂਗੇ ਤੇ ਇੱਕ ਉਸਦੇ ਘੇਰੇ ਤੇ ਬਿੰਦੂ ਲਵਾਂਗੇ ਤਾਂ ਇੱਕ ਜਿਹੜਾ ਬਿੰਦੂ ਹੈ ਉਹ ਮਾਈਨਰ ਆਰਕ ਬਣਾਏਗਾ ਤੇ ਇੱਕ ਮੇਜਰ। ਤੇ ਅਸੀਂ ਇੱਥੇ ਦੱਸਣਾ ਹੈ ਕਿ ਜਿਹੜਾ ਇਸ ਆਰਕ ਨੇ ਮਾਈਨਰ ਆਰਕ ਨੇ ਸੈਂਟਰ ਦੇ ਐਂਗਲ ਬਣਾਇਆ ਹੈ ਤਾਂ ਉਸਦੇ ਰਿਮੇਨਿੰਗ ਪਾਰਟ ਦੇ ਵਿੱਚ ਜਿਹੜਾ ਐਂਗਲ ਬਣੇਗਾ ਉਹ ਹਮੇਸ਼ਾ ਕੇਂਦਰ ਦੇ ਬਣੇ ਐਂਗਲ ਨਾਲੋਂ ਅੱਧਾ ਹੋਵੇਗਾ। ਇਸ ਐਕਟੀਵਿਟੀ ਦੇ ਨਾਲ ਅਸੀਂ ਜ਼ਰੂਰੀ ਨਹੀਂ ਕਿ ਉਸ ਸਾਈਡ ਕਿਸੇ ਵੀ ਸਾਈਡ ਦੇ ਨਾਲ ਜੋੜ ਕੇ ਦਿਖਾ ਸਕਦੇ ਹਾਂ। ਇਸ ਨੂੰ ਆਪਾਂ ਇਸ ਤਰੀਕੇ ਨਾਲ ਵੀ ਦੱਸ ਸਕਦੇ ਹਾਂ ਕਿ ਇਹ ਕਿ ਜਿਹੜੀ ਚੱਕਰ ਦੀ ਕੌਰਡ ਹੈ ਉਹ ਹਮੇਸ਼ਾ ਇੱਕ ਸੈਂਟਰ ਦੇ ਐਂਗਲ ਬਣਾਏਗੀ, ਇੱਕ ਉਹਦੇ ਰਿਮੇਨਿੰਗ ਪਾਰਟ ਆਫ ਸਰਕਲ ਦੇ। ਇਹਨਾਂ ਦੋਨੋਂ ਐਂਗਲ ਦੇ ਵਿੱਚ ਇਸ ਰਿਲੇਸ਼ਨ ਨੂੰ ਆਪਾਂ ਸਮਝਾ ਸਕਦੇ ਹਾਂ ਕਿ ਸੈਂਟਰ ਵਾਲਾ ਐਂਗਲ ਰਿਮੇਨਿੰਗ ਪਾਰਟ ਆਫ ਸਰਕਲ ਦਾ ਹਾਫ, ਸੈਂਟਰ ਵਾਲਾ ਐਂਗਲ ਰਿਮੇਨਿੰਗ ਪਾਰਟ ਆਫ ਸਰਕਲ ਦਾ ਡਬਲ ਹੁੰਦਾ ਹੈ। ਜਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਰਿਮੇਨਿੰਗ ਪਾਰਟ ਆਫ ਐਂਗਲ ਹੈ ਉਹ ਹਮੇਸ਼ਾ ਸੈਂਟਰ ਵਾਲੇ ਐਂਗਲ ਦਾ ਅੱਧਾ ਹੁੰਦਾ ਹੈ। ਥੈਂਕ ਯੂ।